हाँ जी स्टूडेंट्स, फोर्थ चैप्टर ਦੇ ਵਿੱਚ ਜਿਹੜਾ ਨੈਕਸਟ ਟੌਪਿਕ ਹੈ ਉਹ ਹੈ ਪ੍ਰਿੰਸੀਪਲਸ ਆਫ ਸਾਇੰਟਿਫਿਕ ਮੈਨੇਜਮੈਂਟ। ਸਭ ਤੋਂ ਪਹਿਲਾਂ ਫਸਟ ਪ੍ਰਿੰਸੀਪਲ ਦੇਖੋ ਬੱਚੇ, ਇੰਪੋਰਟੈਂਟ ਨੇ ਬਹੁਤ, ਠੀਕ ਆ। ਸੋ ਸਾਇੰਟਿਫਿਕ ਮੈਥਡਸ ਇਨ ਪਲੇਸ ਆਫ ਰੂਲ ਆਫ ਥੰਬ। ਜਿਹੜਾ ਪਹਿਲਾ ਸਾਇੰਟਿਫਿਕ ਮੈਨੇਜਮੈਂਟ ਦਾ ਪ੍ਰਿੰਸੀਪਲ ਹੈ ਉਹ ਹੈ ਕਿ ਅਸੀਂ ਸਾਇੰਟਿਫਿਕ ਮੈਥਡਸ ਨੂੰ ਯੂਜ਼ ਕਰਨਾ ਰੂਲ ਆਫ ਥੰਬ ਦੀ ਜਗ੍ਹਾ 'ਤੇ। ਸੋ ਦਾ ਫਸਟ ਪ੍ਰਿੰਸੀਪਲ ਆਫ ਸਾਇੰਟਿਫਿਕ ਮੈਨੇਜਮੈਂਟ ਇਜ਼ ਦੈਟ ਸਾਇੰਟਿਫਿਕ ਮੈਥਡਸ ਸ਼ੁੱਡ ਬੀ ਯੂਜ਼ਡ ਇਨ ਦਾ ਵਰਕਿੰਗ ਆਫ ਐਨ ਆਰਗੇਨਾਈਜੇਸ਼ਨ। ਪਹਿਲੇ ਪ੍ਰਿੰਸੀਪਲ ਦੇ ਅਕੋਰਡਿੰਗ ਕੀ ਹੈ, ਜਿਹੜੇ ਸਾਇੰਟਿਫਿਕ ਮੈਥਡਸ ਨੇ ਉਹ ਇੱਕ ਆਰਗੇਨਾਈਜੇਸ਼ਨ 'ਚ ਵਰਤਣੇ ਚਾਹੀਦੇ ਆ। For this, a scientific method should be used in various managerial functions and working of the organization. ਸੋ ਇਹਦੇ ਲਈ ਕੀ ਕਰਨਾ ਪਊਗਾ, ਸਾਨੂੰ ਜਿਹੜੇ ਸਾਇੰਟਿਫਿਕ ਮੈਥਡਸ ਨੇ ਉਹ ਸਾਨੂੰ ਮੈਨੇਜਮੈਂਟ ਦੇ ਫੰਕਸ਼ਨ ਕਰਨ ਦੇ ਲਈ, ਮਤਲਬ ਪਲੈਨਿੰਗ ਆਰਗੇਨਾਈਜ਼ਿੰਗ ਵਗੈਰਾ ਕਰਨ ਦੇ ਲਈ ਵਰਤਣੇ ਪੈਣਗੇ। ਐਂਡ ਜਿਹੜੀ ਆਰਗੇਨਾਈਜੇਸ਼ਨ ਦੀ ਵਰਕਿੰਗ ਆ ਉਹਦੇ 'ਚ ਵੀ ਸਾਇੰਟਿਫਿਕ ਤਰੀਕੇ ਹੋਣਗੇ, ਮਤਲਬ ਮੈਨੇਜਮੈਂਟ ਨਾਲ ਸੰਬੰਧਿਤ ਫੈਸਲੇ ਲੈਣ ਲਈ ਵੀ ਸਾਨੂੰ ਸਾਇੰਟਿਫਿਕ ਤਰੀਕੇ ਵਰਤਣੇ ਆ ਅਤੇ ਉਹਦੀ ਵਰਕਿੰਗ ਲਈ ਵੀ ਸਾਇੰਟਿਫਿਕ ਤਰੀਕੇ ਹੀ ਵਰਤਣੇ ਆ। ਕਿਹਦੀ ਜਗ੍ਹਾ 'ਤੇ? ਇਨ ਪਲੇਸ ਆਫ ਟਰਡੀਸ਼ਨਲ ਮੈਥਡਸ ਲਾਈਕ ਰੂਲ ਆਫ ਥੰਬ, ਟਰਾਇਲ ਐਂਡ ਹਿੱਟ ਐਂਡ ਪਰਸਨਲ ਐਕਸਪੀਰੀਅੰਸ। ਰੂਲ ਆਫ ਥੰਬ ਹੁੰਦਾ ਲਾਈਕ ਜਿਵੇਂ ਆਪਾਂ ਇਹ ਸਪੋਜ਼ ਕਰਕੇ ਚੱਲੀਏ ਵੀ ਅਸੀਂ ਆਹ ਪਰਟੀਕੂਲਰ ਡੇ ਨੂੰ ਆਹ ਕੰਮ ਨਹੀਂ ਕਰਨਾ ਹੈਗਾ, ਠੀਕ ਆ। ਮਤਲਬ ਉਹਦਾ ਕੋਈ ਸਪੈਸੀਫਿਕ ਰੀਜ਼ਨ ਨਾ ਹੋਵੇ, ਜਿਵੇਂ ਕਹਿ ਦੀ ਕੋਈ ਕਹਿ ਦੇਵੇ ਅਸੀਂ ਟਿਊਜ਼ਡੇ ਨੂੰ ਵਰਕ ਨਹੀਂ ਕਰਨਾ, ਠੀਕ ਆ। ਸੋ ਇਹ ਹੋ ਗਿਆ ਰੂਲ ਆਫ ਥੰਬ। ਨੈਕਸਟ ਹੈਗਾ ਟਰਾਇਲ ਐਂਡ ਹਿੱਟ। ਟਰਾਇਲ ਐਂਡ ਹਿੱਟ ਹੁੰਦਾ ਵਾ, ਮੰਨ ਲਓ ਜਿਵੇਂ ਕੋਈ ਆਪਣੇ ਕੋਲ ਪ੍ਰੋਬਲਮ ਆ ਗਈ ਆਰਗੇਨਾਈਜੇਸ਼ਨ ਦੇ ਵਿੱਚ, ਆਪਾਂ ਉਹਦਾ ਸੋਲਿਊਸ਼ਨ ਕਰਨਾ ਚਾਹੁੰਦੇ ਹਾਂ, ਤਾਂ ਸੋਲਿਊਸ਼ਨ ਦੇ ਲਈ ਆਪਾਂ ਕੀ ਕਰਦੇ ਹਾਂ, ਆਪਾਂ ਆਪਦੇ ਵੱਲੋਂ ਇਹ ਸੋਚਾਂਗੇ ਵੀ ਚਲੋ ਆਹ ਹੱਲ ਕਰਕੇ ਦੇਖ ਲੈਂਦੇ ਹਾਂ। ਇੱਕ ਚੀਜ਼ ਟਰਾਈ ਕਰਕੇ ਦੇਖ ਲਈ, ਫਿਰ ਉਹਦਾ ਸੋਲਿਊਸ਼ਨ ਨਹੀਂ ਹੋਇਆ, ਫਿਰ ਦੂਜੀ ਟਰਾਈ ਕਰਕੇ ਦੇਖ ਲਈ, ਮਤਲਬ ਬਾਰ-ਬਾਰ ਟਰਾਈ ਕਰਕੇ ਫਿਰ ਉਹਦਾ ਸੋਲਿਊਸ਼ਨ ਲੱਭਦੇ ਹਾਂ, ਤਾਂ ਉਹਨੂੰ ਟਰਾਇਲ ਐਂਡ ਹਿੱਟ ਮੈਥਡ ਬੋਲਦੇ ਆ। ਪਰਸਨਲ ਐਕਸਪੀਰੀਅੰਸ ਹੁੰਦਾ ਵੀ ਜਿਵੇਂ ਮੰਨ ਲਓ ਕੋਈ ਇੰਪਲੋਈ ਕਹਿ ਦੇਵੇ ਜਾਂ ਕੋਈ ਮੈਨੇਜਰ ਕਹਿ ਦੇਵੇ ਵੀ ਪਹਿਲਾਂ ਵੀ ਐਂ ਪ੍ਰੋਬਲਮ ਆਈ ਸੀਗੀ, ਉਦੋਂ ਤਾਂ ਐਂ ਹੱਲ ਕਰ ਲਿਆ ਸੀਗਾ, ਵੀ ਆਪਾਂ ਐਕਸਪੀਰੀਅੰਸ ਦੇ ਹਿਸਾਬ ਨਾਲ ਐਂ ਕਰ ਲੈਂਦੇ ਹਾਂ। ਮਤਲਬ ਐਕਚੁਅਲ ਦੇ ਵਿੱਚ ਉਹ ਚੀਜ਼ ਇੰਪਲੀਮੈਂਟ ਹੋ ਕੇ ਸਕਸੈਸਫੁਲ ਹੋਊਗੀ ਜਾਂ ਨਹੀਂ ਪਤਾ ਇਹਦੇ ਬਾਰੇ, ਠੀਕ ਆ। ਸੋ ਅਕੋਰਡਿੰਗ ਟੂ ਟੇਲਰ, ਵਨ ਬੈਸਟ ਵੇ ਆਫ ਡੂਇੰਗ ਐਵਰੀ ਟਾਸਕ ਵਿਦ ਐਫੀਸ਼ੀਐਂਸੀ ਐਂਡ ਇਫੈਕਟਿਵਨੈਸ ਇਨ ਦਾ ਆਰਗੇਨਾਈਜੇਸ਼ਨ ਸ਼ੁੱਡ ਬੀ ਡਿਵੈਲਪਡ ਔਨ ਦਾ ਬੇਸਿਸ ਆਫ ਸਾਇੰਟਿਫਿਕ ਮੈਥਡਸ। ਸੋ ਟੇਲਰ ਨੇ ਕੀ ਸੁਜੈਸਟ ਕੀਤਾ ਕਿ ਕਿਸੇ ਵੀ ਕੰਮ ਨੂੰ ਕਰਨ ਦਾ ਇੱਕ ਬੈਸਟ ਤਰੀਕਾ ਚੂਜ਼ ਕਰਨਾ ਚਾਹੀਦਾ, ਜਿਹਦੇ ਨਾਲ ਅਸੀਂ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਐਫੀਸ਼ੀਐਂਸੀ ਅਤੇ ਇਫੈਕਟਿਵਨੈਸ ਲਿਆ ਸਕਦੇ ਹਾਂ ਸਾਇੰਟਿਫਿਕ ਮੈਥਡਸ ਨੂੰ ਯੂਜ਼ ਕਰਕੇ, ਠੀਕ ਆ। ਸੋ ਅਕੋਰਡਿੰਗ ਟੂ ਟੇਲਰ, ਮੈਕਸੀਮਮ ਐਫੀਸ਼ੀਐਂਸੀ ਕੈਨ ਬੀ ਅਚੀਵਡ ਬਾਈ ਅਡੋਪਟਿੰਗ ਦਿਸ ਬੈਸਟ ਵੇ ਓਨਲੀ। ਟੇਲਰ ਦੇ ਅਕੋਰਡਿੰਗ ਕੀ ਸੀਗਾ ਵੀ ਕੰਮ ਨੂੰ ਕਰਨ ਦਾ ਇੱਕ ਬੈਸਟ ਤਰੀਕਾ ਹੁੰਦਾ ਵਾ, ਠੀਕ ਆ। ਉਹ ਦੇਖੋ ਹੁਣ ਬੈਸਟ ਤਰੀਕਾ ਕਿਵੇਂ ਚੂਜ਼ ਕੀਤਾ ਜਾਊਗਾ, ਪਹਿਲਾਂ ਬਾਰ-ਬਾਰ ਉਹ ਕੰਮ ਨੂੰ ਕਰਕੇ ਦੇਖਿਆ ਜਾਊਗਾ, ਤਾਂ ਉਹਦੇ ਵਿੱਚ ਇੱਕ ਬੈਸਟ ਤਰੀਕਾ ਚੂਜ਼ ਕੀਤਾ ਜਾਊਗਾ, ਠੀਕ ਆ। ਸੋ ਸਾਇੰਟਿਫਿਕ ਮੈਥਡ ਵੀ ਇੱਦਾਂ ਹੀ ਨੇ, ਸਭ ਤੋਂ ਪਹਿਲਾਂ ਇਹਨਾਂ ਨੂੰ ਪ੍ਰੈਕਟੀਕਲੀ ਕਰਕੇ ਦੇਖਿਆ ਗਿਆ, ਫਿਰ ਇਹਨਾਂ ਨੂੰ ਡਿਵੈਲਪ ਕੀਤਾ ਗਿਆ ਵਾ, ਠੀਕ ਆ। ਸੋ ਫੋਰ ਐਗਜ਼ਾਮਪਲ, ਔਨ ਦਾ ਬੇਸਿਸ ਆਫ ਸਾਇੰਟਿਫਿਕ ਮੈਨੇਜਮੈਂਟ, ਅ ਸਪੈਸੀਫਿਕ ਟਾਈਮ ਫॉर ਪਰਫੋਰਮਿੰਗ ਐਵਰੀ ਟਾਸਕ ਮੇ ਬੀ ਡਿਟਰਮਿਨਡ ਇਨ ਦਾ ਆਰਗੇਨਾਈਜੇਸ਼ਨ। ਦਿਸ ਕੈਨ ਬੀ ਡਨ ਵਿਦ ਦ ਹੈਲਪ ਆਫ ਟਾਈਮ ਸਟੱਡੀ। ਸੋ ਐਗਜ਼ਾਮਪਲ ਦੇ ਤੌਰ 'ਤੇ ਜੇ ਆਪਾਂ ਦੇਖੀਏ, ਜਿਹੜੀ ਸਾਇੰਟਿਫਿਕ ਮੈਨੇਜਮੈਂਟ ਦੇ ਅਕੋਰਡਿੰਗ ਹਰ ਇੱਕ ਕੰਮ ਨੂੰ ਕਰਨ ਦਾ ਇੱਕ ਸਪੈਸੀਫਿਕ ਸਮਾਂ ਹੁੰਦਾ। ਜਿਵੇਂ ਮੰਨ ਲਓ ਕੋਈ ਪਰਟੀਕੂਲਰ ਕੰਮ ਆ, ਉਹਨੂੰ ਕਰਨ ਦੇ ਲਈ 10 ਮਿੰਟ ਲੱਗਦੇ ਆ, ਤਾਂ ਉਹਨੂੰ 10 ਮਿੰਟਾਂ ਦੇ ਵਿੱਚ ਹੀ ਕਰਨਾ, ਤਾਂ ਇਹਨੂੰ ਅਸੀਂ ਟਾਈਮ ਸਟੱਡੀ ਬੋਲਦੇ ਹਾਂ। ਨੈਕਸਟ ਹੈ ਇਹਦੇ ਵਿੱਚ ਹਾਰਮਨੀ ਨੋਟ ਡਿਸਕੋਰਡ। ਡਿਸਕੋਰਡ ਹੁੰਦਾ ਡਿਸਅਗਰੀਮੈਂਟ, ਠੀਕ ਆ। ਹਾਰਮਨੀ ਹੁੰਦੀ ਹੈ ਇੱਕ ਦੂਜੇ ਨਾਲ ਜਦੋਂ ਉਹਨਾਂ ਦੀ ਰਾਏ ਜਿਹੜੀ ਜਾਂ ਥਿੰਕਿੰਗ ਮਿਲਦੀ ਹੋਵੇ, ਉਹ ਹਾਰਮਨੀ ਆ। ਡਿਸਕੋਰਡ ਕੀ ਹੁੰਦਾ, ਜਦੋਂ ਨਹੀਂ ਮਿਲਦੀ ਉਹਨਾਂ ਦੀ ਆਪਸ 'ਚ ਰਾਏ ਵਗੈਰਾ, ਠੀਕ ਆ। ਸੋ ਅਕੋਰਡਿੰਗ ਟੂ ਟੇਲਰ, ਮੈਨੇਜਰਸ ਐਕਟ ਐਜ਼ ਐਨ ਇੰਪੋਰਟੈਂਟ ਲਿੰਕ ਬਿਟਵੀਨ ਦਾ ਓਨਰਸ ਐਂਡ ਇੰਪਲੋਈਜ਼ ਆਫ ਦਾ ਆਰਗੇਨਾਈਜੇਸ਼ਨ। ਟੇਲਰ ਦੇ ਅਕੋਰਡਿੰਗ ਕੀ ਹੈ, ਜਿਹੜੇ ਮੈਨੇਜਰਸ ਨੇ ਉਹ ਇੱਕ ਇੰਪੋਰਟੈਂਟ ਲਿੰਕ ਦਾ ਕੰਮ ਕਰਦੇ ਆ, ਕਿਹਨਾਂ ਦੇ ਵਿਚਕਾਰ? ਓਨਰਸ ਅਤੇ ਇੰਪਲੋਈਜ਼ ਦੇ ਵਿਚਕਾਰ। ਬਟ ਦੇਅਰ ਇਜ਼ ਆਲਵੇਜ਼ ਅ ਸਿਚੁਏਸ਼ਨ ਆਫ ਡਿਸਕੋਰਡ ਐਂਡ ਕਨਫਲਿਕਟ ਬਿਟਵੀਨ ਦਾ ਇੰਪਲੋਈਜ਼ ਐਂਡ ਦਾ ਮੈਨੇਜਰਸ, because managers want to earn maximum profit while employees want to get maximum remuneration। ਕਹਿੰਦੇ ਫਿਰ ਵੀ ਇੱਥੇ ਹਮੇਸ਼ਾ ਇੱਕ ਡਿਸਅਗਰੀਮੈਂਟ ਦੀ ਸਿਚੁਏਸ਼ਨ ਜਾਂ ਇੱਕ ਕਨਫਲਿਕਟ ਦੀ, ਇੱਕ ਲੜਾਈ ਦੀ ਸਿਚੁਏਸ਼ਨ ਰਹਿੰਦੀ ਆ, ਕਿਹਨਾਂ ਦੇ ਵਿਚਕਾਰ? ਇੰਪਲੋਈ ਅਤੇ ਮੈਨੇਜਰਸ ਦੇ ਵਿਚਕਾਰ, ਕਿਉਂਕਿ ਮੈਨੇਜਰਸ ਨੂੰ ਹੁੰਦਾ ਕਿ ਅਸੀਂ ਵੱਧ ਤੋਂ ਵੱਧ ਪ੍ਰੋਫਿਟ ਅਰਨ ਕਰ ਲਈਏ, ਠੀਕ ਹੈ, ਜਦ ਕਿ ਇੰਪਲੋਈਜ਼ ਨੂੰ ਤਾਂ ਸਾਨੂੰ ਵੱਧ ਤੋਂ ਵੱਧ ਰੈਮੂਨਰੇਸ਼ਨ ਮਤਲਬ ਸੈਲਰੀ ਵਗੈਰਾ ਮਿਲੇ। ਸੋ ਸੱਚ ਡਿਸਕੋਰਡ ਐਂਡ ਕਨਫਲਿਕਟਸ ਆਰ ਹਾਰਮਫੁਲ ਟੂ ਐਵਰੀਵਨ ਇਨ ਦਾ ਆਰਗੇਨਾਈਜੇਸ਼ਨ। ਸੋ ਇਸ ਤਰ੍ਹਾਂ ਦੀ ਜਿਹੜੇ ਡਿਸਅਗਰੀਮੈਂਟ ਆ ਜਾਂ ਕੋਈ ਕਨਫਲਿਕਟ ਹੈ, ਉਹ ਪੂਰੀ ਆਰਗੇਨਾਈਜੇਸ਼ਨ ਦੇ ਲਈ ਕੀ ਹੁੰਦਾ? ਹਾਰਮਫੁਲ ਹੁੰਦਾ। ਸੋ ਦੈਟਸ ਵਾਈ ਵਨ of the principle of Taylor's scientific management is that there should be complete harmony between the managers and employees। ਸੋ ਇਹ ਪ੍ਰਿੰਸੀਪਲ ਦੇ ਅਕੋਰਡਿੰਗ ਕੀ ਹੈ ਵੀ ਜਿੰਨੇ ਵੀ ਇੱਥੇ ਇੰਪਲੋਈਜ਼ ਕੰਮ ਕਰ ਰਹੇ ਆ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ, ਜਾਂ ਜਿੰਨੇ ਵੀ ਮੈਨੇਜਰਸ ਕੰਮ ਕਰ ਰਹੇ ਆ, ਸਾਰਿਆਂ ਦੇ ਵਿੱਚ ਕੀ ਹੋਣੀ ਚਾਹੀਦੀ ਹੈ? ਕੰਪਲੀਟ ਹਾਰਮਨੀ ਹੋਣੀ ਚਾਹੀਦੀ ਹੈ, ਇੱਕ ਦੂਜੇ ਦੇ ਨਾਲ ਉਹਨਾਂ ਦੇ ਵਿੱਚ ਕੋਈ ਵੀ ਕਨਫਲਿਕਟ ਨਾ ਹੋਵੇ, ਠੀਕ ਆ। ਨੈਕਸਟ ਦੇਖੋ, ਐਫਰਟ ਸ਼ੁੱਡ ਬੀ ਮੇਡ ਦੈਟ ਦ ਸਿਚੁਏਸ਼ਨ ਆਫ ਡਿਸਕੋਰਡ ਔਰ ਕਨਫਲਿਕਟ ਡਜ਼ ਨਾਟ ਅਰਾਈਜ਼। ਇੱਦਾਂ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ
ਚਾਹੁੰਦੇ ਨੇ ਵੀ ਡਿਸਐਗਰੀਮੈਂਟ ਵਾਲੀ ਸਿਚੁਏਸ਼ਨ ਹੀ ਕ੍ਰੀਏਟ ਨਾ ਹੋਵੇ। ਬੋਥ ਮੈਨੇਜਰਸ ਐਂਡ ਇੰਪਲੋਈਜ਼ ਸ਼ੁੱਡ ਅੰਡਰਸਟੈਂਡ ਦ ਇੰਪੋਰਟੈਂਸ ਆਫ ਈਚ ਅਦਰ ਇਨ ਦ ਆਰਗੇਨਾਈਜੇਸ਼ਨ। ਜਿਹੜੇ ਮੈਨੇਜਰਸ ਨੇ ਤੇ ਜਿਹੜੇ ਇੰਪਲੋਈਜ਼ ਨੂੰ ਇੱਕ ਦੂਜੇ ਦੀ ਮਹੱਤਵ ਨੂੰ ਸਮਝਣ ਕਿ ਸਾਡਾ ਦੋਨਾਂ ਦੇ ਨਾਲ ਹੀ ਆਰਗੇਨਾਈਜੇਸ਼ਨ ਚੱਲਣੀ ਆ, ਠੀਕ ਆ। ਨੈਕਸਟ ਹੈਗਾ ਥਰਡ, ਕੋਆਪਰੇਸ਼ਨ ਐਂਡ division of responsibility, not individualism. This principle of scientific management is in fact an extension of principle of harmony, not discord. ਜਿਹੜਾ ਇਹ ਤੀਜਾ ਪ੍ਰਿੰਸੀਪਲ ਹੈ ਇਹ ਸੈਕੰਡ ਪ੍ਰਿੰਸੀਪਲ ਦੀ ਅੱਗੇ ਐਕਸਟੈਂਸ਼ਨ ਹੈ, ਮਤਲਬ ਉਹਨੂੰ ਅੱਗੇ ਐਕਸਪਲੇਨ ਕੀਤਾ ਗਿਆ ਵਾ। ਅਕੋਰਡਿੰਗ ਟੂ ਦਿਸ ਪ੍ਰਿੰਸੀਪਲ there should be complete cooperation between employees and managers in the organization. ਤੀਜੇ ਪ੍ਰਿੰਸੀਪਲ ਦੇ ਅਕੋਰਡਿੰਗ ਕੀ ਹੈ ਵੀ ਜਿੰਨੇ ਵੀ ਇੰਪਲੋਈਜ਼ ਨੇ ਜਾਂ ਮੈਨੇਜਰ ਕੰਮ ਕਰ ਰਹੇ ਆ ਕਿਸੇ ਵੀ ਸੰਸਥਾ ਦੇ ਵਿੱਚ, ਉਹਨਾਂ ਦੇ ਵਿੱਚ ਪ੍ਰੋਪਰ ਕੋਆਪਰੇਸ਼ਨ ਹੋਣਾ ਚਾਹੀਦਾ, ਸਹਿਯੋਗ ਹੋਣਾ ਚਾਹੀਦਾ। ਬੋਥ ਸ਼ੁੱਡ ਰੈਕਗਨਾਈਜ਼ ਦ ਇੰਪੋਰਟੈਂਸ ਆਫ ਈਚ ਅਦਰ ਐਂਡ ਹੈਂਸ ਦੇ ਸ਼ੁੱਡ ਵਰਕ ਟੂਗੈਦਰ ਵਿਦ ਕੋਆਪਰੇਸ਼ਨ ਫॉर ਦ ਸਕਸੈਸ ਆਫ ਦ ਆਰਗੇਨਾਈਜੇਸ਼ਨ। ਉਹਨਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਕੀ ਹੋਣੀ ਚਾਹੀਦੀ ਆ, ਮਤਲਬ ਇੱਕ ਦੂਜੇ ਦੇ ਮਹੱਤਵ ਨੂੰ ਸਮਝਣ, ਇੱਕ ਦੂਜੇ ਦੀ ਇੰਪੋਰਟੈਂਸ ਨੂੰ ਸਮਝਣ ਤੇ ਕੋਆਪਰੇਸ਼ਨ ਦੇ ਨਾਲ ਕੰਮ ਕਰਨ ਤਾਂ ਕਿ ਜਿਹੜੀ ਆਰਗੇਨਾਈਜੇਸ਼ਨ ਆ ਉਹ ਸਕਸੈਸਫੁਲ ਹੋ ਸਕੇ। ਅੰਡਰ ਦਿਸ ਪ੍ਰਿੰਸੀਪਲ ਟੇਲਰ has also advocated the equal division of responsibility between employees and managers. ਸੋ ਇਹ ਪ੍ਰਿੰਸੀਪਲ ਦੇ ਅੰਡਰ ਕੀ ਆ, ਟੇਲਰ ਨੇ ਇਕੁਅਲ ਡਿਵੀਜ਼ਨ ਕੀਤੀ ਹੈ ਜ਼ਿੰਮੇਵਾਰੀ ਦੀ ਕਿਹਨਾਂ ਦੇ ਵਿੱਚ ਇੰਪਲੋਈਜ਼ ਤੇ ਮੈਨੇਜਰਸ ਦੇ ਵਿੱਚ। ਅਕੋਰਡਿੰਗ ਟੂ ਹਿਮ ਮੈਨੇਜਰ ਸ਼ੁੱਡ ਫਾਰਮੂਲੇਟ ਐਪਰੋਪਰੀਏਟ ਪਲਾਨਸ ਐਂਡ ਇੰਪਲੋਈ ਸ਼ੁੱਡ ਇੰਪਲੀਮੈਂਟ ਦੋਜ਼ ਪਲਾਨਸ ਸਕਸੈਸਫੁਲੀ। ਸੋ ਟੇਲਰ ਦੇ ਅਕੋਰਡਿੰਗ ਕੀ ਸੀਗਾ, ਜਿਹੜੇ ਮੈਨੇਜਰਸ ਨੇ ਉਹ ਪ੍ਰੋਪਰ ਐਪਰੋਪਰੀਏਟ ਸਹੀ ਪਲਾਨ ਫਾਰਮੂਲੇਟ ਕਰਨ ਤੇ ਇੰਪਲੋਈਜ਼ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਪਲਾਨਸ ਨੂੰ ਸਕਸੈਸਫੁਲੀ ਇੰਪਲੀਮੈਂਟ ਕਰਨ, ਮਤਲਬ ਲਾਗੂ ਕਰਨ। ਇਫ ਬੋਥ ਦ ਪਾਰਟੀਜ਼ ਵਰਕ ਵਿਦ ਕੋਆਪਰੇਸ਼ਨ ਐਂਡ ਫੁਲਫਿਲ ਦੇਅਰ ਰਿਸਪੋਂਸਿਬਿਲਿਟੀ ਓਨਲੀ ਦੈਨ ਦ ਆਰਗੇਨਾਈਜੇਸ਼ਨ ਵਿਲ ਬੀ ਸਕਸੈਸਫੁਲ। ਸੋ ਜੇ ਦੋਨੇ ਪਾਰਟੀਜ਼ ਕੋਆਪਰੇਸ਼ਨ ਨਾਲ ਕੰਮ ਕਰਦੀਆਂ ਨੇ, ਆਪਦੀ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਦੀਆਂ ਨੇ, ਬੋਥ ਪਾਰਟੀਜ਼ ਕਿਹੜੀਆਂ ਮੈਨੇਜਰਸ ਐਂਡ ਇੰਪਲੋਈਜ਼, ਠੀਕ ਆ, ਦੈਨ ਉਦੋਂ ਹੀ ਕੋਈ ਵੀ ਆਰਗੇਨਾਈਜੇਸ਼ਨ ਸਕਸੈਸਫੁਲ ਹੋ ਸਕਦੀ ਆ। ਲਾਸਟ ਪ੍ਰਿੰਸੀਪਲ ਹੈ ਆਲ ਰਾਊਂਡ development of workers. This principle of scientific management is concerned with all-round development of workers. According to this principle, the efficiency and success of any organization depend upon the efficiency of its employees. So ਇਹ principle ਦੇ according ਕੀ ਆ ਵੀ ਕਿਸੇ ਵੀ ਆਰਗੇਨਾਈਜੇਸ਼ਨ ਦੀ ਜਿਹੜੀ ਸਕਸੈਸ ਆ ਉਹ ਡਿਪੈਂਡ ਕਰਦਾ ਉਹਦੇ ਇੰਪਲੋਈਜ਼ ਦੇ ਉੱਪਰ। ਇਫ ਦ ਐਫੀਸ਼ੀਐਂਸੀ ਆਫ ਇੰਪਲੋਈ ਡਿਪੈਂਡ ਅਪੋਨ ਦੇਅਰ ਸਿਲੈਕਸ਼ਨ। ਹੁਣ ਐਫੀਸ਼ੀਐਂਟ ਇੰਪਲੋਈਜ਼ ਆਪਾਂ ਨੂੰ ਕਿਵੇਂ ਮਿਲਣਗੇ, ਉਹਨਾਂ ਦੀ ਸਿਲੈਕਸ਼ਨ ਦੇ ਅਕੋਰਡਿੰਗ ਡਿਪੈਂਡ ਕਰਦਾ ਵੀ ਆਪਾਂ ਉਹਨਾਂ ਦੀ ਸਿਲੈਕਸ਼ਨ ਕਿਵੇਂ ਕੀਤੀ ਆ। ਅਸਾਈਨਮੈਂਟ ਆਫ ਅ ਸੂਟੇਬਲ ਟਾਸਕ, ਉਹਨਾਂ ਨੂੰ ਉਹੀ ਟਾਸਕ ਦੇਣਾ ਜਿਹੜਾ ਉਹ ਪਰਫੋਰਮ ਕਰ ਸਕਦੇ ਆ। ਸੂਟੇਬਲ ਮਤਲਬ ਜਿਹੜਾ ਕਰਨ ਦੇ ਲਈ ਉਹ ਏਬਲ ਨੇ। ਰੈਕੁਜ਼ਿਟ ਟ੍ਰੇਨਿੰਗ, ਜਿੰਨੀ ਰਿਕੁਆਇਰਡ ਉਹਨਾਂ ਨੂੰ ਟ੍ਰੇਨਿੰਗ ਦੇਣੀ ਬਣਦੀ ਆ ਉਹ ਦੇਣੀ ਚਾਹੀਦੀ ਆ। ਐਂਡ ਇੰਪਰੂਵਮੈਂਟ ਇਨ ਦੇਅਰ ਪਰਫੋਰਮੈਂਸ ਵਿਦ ਦ ਪੈਸੇਜ ਆਫ ਟਾਈਮ, ਤੇ ਸਮੇਂ ਦੇ ਨਾਲ ਉਹਨਾਂ ਦੀ ਪਰਫੋਰਮੈਂਸ ਵਧੀਆ ਹੋ ਜਾਂਦੀ ਆ। ਹੈਂਸ ਅਕੋਰਡਿੰਗ ਟੂ this principle, the selection of employees should be made on the basis of ਸਾਇੰਟੀਫਿਕ ਮੈਥਡਸ। ਸੋ ਇਹ ਪ੍ਰਿੰਸੀਪਲ ਦੇ ਅਕੋਰਡਿੰਗ ਕੀ ਹੈ ਵੀ ਜਿੰਨੇ ਵੀ ਇੰਪਲੋਈ ਕੰਮ 'ਤੇ ਰੱਖੇ ਜਾਂਦੇ ਆ ਉਹਨਾਂ ਦੀ ਸਿਲੈਕਸ਼ਨ ਸਾਇੰਟੀਫਿਕ ਮੈਥਡਸ ਦੇ ਆਧਾਰ 'ਤੇ ਹੋਣੀ ਚਾਹੀਦੀ ਆ। ਦੈਨ ਐਵਰੀ ਇੰਪਲੋਈ ਸ਼ੁੱਡ ਬੀ ਅਸਾਈਨਡ ਅ ਸੂਟੇਬਲ ਟਾਸਕ ਔਨ ਦਾ ਬੇਸਿਸ ਆਫ ਹਿਜ਼ ਕੁਆਲਿਟੀਜ਼, ਫਿਜ਼ੀਕਲ ਐਬਿਲਿਟੀ ਐਂਡ ਮੈਂਟਲ ਐਪਟੀਟਿਊਡ। ਅਤੇ ਦੈਨ ਉਸ ਤੋਂ ਬਾਅਦ ਜਦੋਂ ਉਹਨੂੰ ਕੰਮ ਅਸਾਈਨ ਕਰਨਾ, ਅਸਾਈਨ ਹੁੰਦਾ ਦੇਣਾ, ਸੋ ਜਦੋਂ ਉਹਨੂੰ ਕੰਮ ਵੰਡ ਕੇ ਦੇਣਾ ਵਾ ਕਿਸੇ ਵੀ ਇੰਪਲੋਈ ਨੂੰ ਜਿਹਨੂੰ ਆਪਾਂ ਸਿਲੈਕਟ ਕੀਤਾ ਹੋਇਆ, ਉਹ ਉਸ ਦੀਆਂ ਕੁਆਲਿਟੀਜ਼ ਦੇ ਅਕੋਰਡਿੰਗ, ਉਹਦੀ ਫਿਜ਼ੀਕਲ ਯੋਗਤਾ ਦੇ ਅਕੋਰਡਿੰਗ ਤੇ ਉਹਦੇ ਮੈਂਟਲ ਐਪਟੀਟਿਊਡ ਦੇ ਨਾਲ ਮੈਚ ਕਰਦਾ ਹੋਵੇ। ਇੰਪਲੋਈਜ਼ ਮਸਟ ਬੀ ਇੰਪਾਰਟਡ ਰੈਕੁਜ਼ਿਟ ਟ੍ਰੇਨਿੰਗ ਆਲਸੋ ਵਿਦ ਦ ਹੈਲਪ ਆਫ ਸਾਇੰਟਿਫਿਕ ਮੈਥਡਸ ਟੂ ਅਕੰਪਲਿਸ਼ ਦ ਅਸਾਈਨ ਟਾਸਕ ਐਫੀਸ਼ੀਐਂਟਲੀ ਐਂਡ ਸਕਸੈਸਫੁਲੀ। ਜਿਹੜੇ ਇੰਪਲੋਈਜ਼ ਨੇ ਉਹਨਾਂ ਨੂੰ ਅਸੀਂ ਇੰਪਾਰਟ ਹੁੰਦਾ ਗਿਵਨ, ਠੀਕ ਆ, ਅਸੀਂ ਰਿਕੁਆਇਰਡ ਟ੍ਰੇਨਿੰਗ ਵੀ ਦੇਣੀ ਆ ਸੋ ਦੈਟ ਜਿਹਦੇ ਨਾਲ ਉਹ ਜਿਹੜਾ ਉਹਨਾਂ ਨੂੰ ਅਸਾਈਨ ਕੀਤਾ ਹੋਇਆ ਟਾਸਕ ਆ ਉਹ ਇਫੈਕਟਿਵਲੀ ਅਤੇ ਸਕਸੈਸਫੁਲੀ ਅਕੰਪਲਿਸ਼ ਹੁੰਦਾ, ਪ੍ਰਾਪਤ ਕਰਨਾ, ਕੰਪਲੀਟ ਕਰ ਸਕਣ ਜਾਂ ਪ੍ਰਾਪਤ ਕਰ ਸਕਣ, ਠੀਕ ਆ, ਉਹ ਟਾਸਕ ਨੂੰ ਕੰਪਲੀਟ ਕਰ ਸਕਣ। ਸੋ ਦਸ ਸਾਇੰਟੀਫਿਕ ਮੈਨੇਜਮੈਂਟ ਏਮਸ ਟੂ ਡਿਵੈਲਪ ਈਚ ਪਰਸਨ ਟੂ ਹਿਜ਼ ਗ੍ਰੇਟੈਸਟ ਐਫੀਸ਼ੀਐਂਸੀ। ਸੋ ਅਸੀਂ ਕਹਿ ਸਕਦੇ ਹਾਂ ਵੀ ਜਿੰਨੀ ਜਿਹੜੀ ਸਾਇੰਟੀਫਿਕ ਮੈਨੇਜਮੈਂਟ ਆ ਦਾ ਮੇਨ ਏਮ ਇਹੀ ਆ ਵੀ ਜਿੰਨੇ ਵੀ ਉਹਦੇ ਵਿੱਚ ਪਰਸਨ ਕੰਮ ਕਰ ਰਹੇ, ਵੈਦਰ ਉਹ ਇੰਪਲੋਈਜ਼ ਨੇ ਜਾਂ ਮੈਨੇਜਰਸ ਨੇ, ਉਹਨਾਂ ਨੂੰ ਡਿਵੈਲਪ ਕਰਨਾ ਉਹਨਾਂ ਦੀ ਗ੍ਰੇਟੈਸਟ ਐਫੀਸ਼ੀਐਂਸੀ ਤੱਕ, ਠੀਕ ਆ ਜੀ।